ਆਖਿਰਕਾਰ ਉਹ ਦਿਨ ਆ ਹੀ ਗਿਆ ਜਿਸ ਦਾ ਚੌਧਰੀ ਤੇ ਚੌਧਰਨ ਨੂੰ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ। ਸਵੇਰੇ 5 ਵਜੇ ਦੇ ਕਰੀਬ ਆਰਤੀ ਨੂੰ ਜਣੇਪੇ ਦਾ ਦਰਦ ਹੋਣਾ ਸ਼ੁਰੂ ਹੋ ਗਿਆ। ਘਬਰਾ ਕੇ ਦੀਪਾ ਸੂਚਨਾ ਦੇਣ ਲਈ ਕੋਠੀ ਵੱਲ ਭੱਜਿਆ। ਆਰਤੀ ਨੂੰ ਤੁਰੰਤ ਕਾਰ ਵਿੱਚ ਬਿਠਾ ਕੇ ਨਰਸਿੰਗ ਹੋਮ ਲੈ ਜਾਇਆ ਗਿਆ। ਮਹਿਲਾ ਡਾਕਟਰ ਦੀ ਪੂਰੀ ਟੀਮ ਰੂਮ ਵਿੱਚ ਪਹੁੰਚੀ ਜਿੱਥੇ ਆਰਤੀ ਦਰਦ ਨਾਲ ਚੀਕ ਰਹੀ ਸੀ। ਜਨਮ ਤੋਂ ਪਹਿਲਾਂ ਦੀ ਜਾਂਚ ਪੂਰੀ ਕੀਤੀ ਗਈ। ਅਜੇ ਕੁਝ ਹੀ ਪਲ ਲੰਘੇ ਸਨ ਜਦੋਂ ਲੇਬਰ ਰੂਮ ਵਿੱਚੋਂ ਇੱਕ ਨਰਸ ਬਾਹਰ ਆਈ ਤੇ ਕਿਹਾ ਕਿ ਆਰਤੀ ਨੇ ਬੱਚੇ ਨੂੰ ਜਨਮ ਦੇ ਦਿੱਤਾ ਹੈ। ਇਹ ਖਬਰ ਸੁਣ ਕੇ ਚੌਧਰੀ ਚੌਧਰਨ ਦੇ ਚਿਹਰਿਆਂ ਤੇ ਖੁਸ਼ੀ ਦੀ ਲਹਿਰ ਦੌੜ ਗਈ। ਜਿਵੇਂ ਹੀ ਲੇਡੀ ਡਾਕਟਰ ਗੁਲਾਬੀ ਬੇਬੀ ਕੰਬਲ ਵਿੱਚ ਲਪੇਟੇ ਬੱਚੇ ਨੂੰ ਲੈ ਕੇ ਬਾਹਰ ਆਈ ਤਾਂ ਚੌਧਰਨ ਨੇ ਅੱਗੇ ਵਧ ਕੇ ਉਸ ਨੂੰ ਆਪਣੀ ਗੋਦ ਵਿੱਚ ਲੈ ਲਿਆ। ਆਰਤੀ ਨੇ ਅੱਖਾਂ ਵਿੱਚ ਹੰਝੂ ਲੈ ਕੇ ਮੂੰਹ ਮੋੜ ਲਿਆ। ਚੌਧਰੀ ਨੇ ਧੰਨਵਾਦ ਕਰਦਿਆਂ ਦੀਪੇ ਦਾ ਹੱਥ ਫੜਿਆ। ਚੌਧਰੀ ਦੇ ਚਿਹਰੇ ਤੇ ਅਦਭੁਤ ਚਮਕ ਸੀ। ਬੱਚੇ ਦਾ ਗੋਰਾ ਰੰਗ, ਗੋਲ-ਮੋਲ ਚਿਹਰਾ, ਚੌਧਰੀ ਬਹੁਤ ਖੁਸ਼ ਸੀ। ਚੌਧਰਨ ਨੇ ਬੱਚੇ ਦਾ ਲਿੰਗ ਜਾਣਨ ਲਈ ਲਪੇਟਿਆ ਹੋਇਆ ਕੱਪੜਾ ਹਟਾ ਦਿੱਤਾ। ਉਹ ਇੱਕਦਮ ਚੀਕ ਉੱਠੀ। ਆਵਾਜ਼ ਸੁਣ ਕੇ ਚੌਧਰੀ ਨੇ ਡਰ ਕੇ ਆਪਣੀ ਪਤਨੀ ਵੱਲ ਦੇਖਿਆ ਤੇ ਉਸ ਵੱਲ ਦੇਖ ਕੇ ਬੋਲਿਆ, ਕੀ ਹੋਇਆ? ਤੂੰ ਇੰਨੀ ਉੱਚੀ ਕਿਉਂ ਰੋ ਰਹੀ ਹੈ? ਕੀ ਹੋਇਆ? ਚੌਧਰਨ ਨੇ ਬੱਚੇ ਦੇ ਲਿੰਗ ਵੱਲ ਇਸ਼ਾਰਾ ਕੀਤਾ ਤੇ ਚੌਧਰੀ ਨੂੰ ਕਿਹਾ, ਆਪਣਾ ਬੱਚਾ। ਜਿਵੇਂ ਚੌਧਰੀ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਹੋਵੇ। ਹੁਣ ਚੌਧਰੀ ਦੌੜਦਾ ਹੋਇਆ ਡਾਕਟਰ ਕੋਲ ਗਿਆ ਤੇ ਘਬਰਾ ਕੇ ਬੋਲਿਆ, ਡਾਕਟਰ, ਉਹ ਮੇਰਾ ਬੱਚਾ। ਡਾਕਟਰ ਸਮਝ ਗਿਆ ਸੀ ਪਰ ਥੋੜੀ ਨਿਰਾਸ਼ਾ ਜ਼ਾਹਰ ਕਰਦਿਆਂ ਉਸਨੇ ਸਿਰ ਝੁਕਾ ਲਿਆ। ਡਾਕਟਰ ਨੂੰ ਵੇਖ ਕੇ ਉਹਨਾਂ ਦੇ ਚਿਹਰਿਆਂ ਤੇ ਸਵਾਲੀਆ ਨਿਸ਼ਾਨ ਆ ਗਿਆ। ਉਹ ਦੀਪੇ ਨੂੰ ਉੱਥੇ ਹੀ ਛੱਡ ਕੇ ਚਲੇ ਗਏ। ਪਲਾਂ ਵਿੱਚ ਆਏ ਤੂਫਾਨ ਨੇ ਸਾਰਿਆਂ ਦੀਆਂ ਖੁਸ਼ੀਆਂ ਖੋਹ ਲਈਆਂ। ਆਰਤੀ ਨੂੰ 3 ਦਿਨਾਂ ਬਾਅਦ ਨਰਸਿੰਗ ਹੋਮ ਤੋਂ ਛੁੱਟੀ ਦਿੱਤੀ ਗਈ। ਨਰਸਿੰਗ ਹੋਮ ਦਾ ਬਿੱਲ ਤੇ ਬਾਕੀ ਬਚੇ ਪੈਸੇ ਆਰਤੀ ਦੇ ਨਾਂ ਨੌਕਰ ਦੇ ਹੱਥ ਭੇਜ ਦਿੱਤੇ ਤੇ ਚੌਧਰੀ ਸਾਹਿਬ ਨੇ ਉਹਨਾਂ ਨੂੰ ਘਰੋਂ ਆਪਣਾ ਸਮਾਨ ਚੁੱਕਣ ਲਈ ਵੀ ਕਹਿਣ ਨੂੰ ਕਿਹਾ ਸੀ। ਨਰਸਿੰਗ ਹੋਮ ਤੋਂ ਛੁੱਟੀ ਦੇ ਸਮੇਂ ਜਦੋਂ ਨਰਸ ਨੇ ਬੱਚੇ ਨੂੰ ਆਰਤੀ ਦੀ ਗੋਦ ਵਿੱਚ ਦੇਣਾ ਚਾਹਿਆ ਤਾਂ ਉਹ ਪਾਗਲਾ ਵਾਂਗ ਚੀਕ ਕੇ ਬੋਲੀ, ਇਹ ਮੇਰਾ ਨਹੀਂ ਹੈ। ਦੀਪੇ ਦੇ ਪਰਿਵਾਰ ਦੇ ਭਵਿੱਖ ਉੱਤੇ ਹਨੇਰੇ ਦਾ ਬੱਦਲ ਛਾ ਗਿਆ ਸੀ। ਕਿਨਰ ਹੋਣ ਕਰਕੇ ਚੌਧਰੀ ਨੇ ਬੱਚੇ ਨੂੰ ਅਪਣਾਇਆ ਨਹੀਂ ਤੇ ਆਰਤੀ ਕਿਸੇ ਹੋਰ ਦਾ ਖੂਨ ਆਪਣੇ ਪਤੀ ਸਾਹਮਣੇ ਰੱਖਣਾ ਨਹੀਂ ਚਾਹੁੰਦੀ ਸੀ। ਹੁਣ ਦੀਪੇ ਨੇ ਬੱਚੇ ਨੂੰ ਛੱਡਣ ਬਾਰੇ ਸੋਚਿਆ। ਉਸਨੇ ਬੱਚੇ ਨੂੰ ਚੁੱਕ ਕੇ ਕਿਤੇ ਦੂਰ ਦੂਜੀ ਬਸਤੀ ਵਿੱਚ ਛੱਡ ਆਇਆ। ਚੌਧਰੀ ਵੱਲੋਂ ਦਿੱਤੇ ਸਾਰੇ ਪੈਸੇ ਉਸ ਬੱਚੇ ਦੇ ਕੋਲ ਰੱਖ ਆਇਆ। ਹੁਣ ਜਿਵੇਂ ਦੀਪਾ ਮਹਿਸੂਸ ਕਰ ਰਿਹਾ ਸੀ ਕਿ ਉਸਨੇ ਇੰਨੀ ਵੱਡੀ ਮੁਸੀਬਤ ਤੋਂ ਛੁਟਕਾਰਾ ਪਾ ਲਿਆ ਹੈ, ਪਰ ਹੁਣ ਉਸ ਛੋਟੀ ਜਿਹੀ ਜ਼ਿੰਦਗੀ ਦਾ ਕੀ ਹੋਵੇਗਾ ਜਿਸ ਦਾ ਹੁਣ ਇਸ ਸੰਸਾਰ ਵਿੱਚ ਕੋਈ ਨਹੀਂ ਸੀ। ਰਾਤ ਹਨੇਰੀ ਸੀ, ਇਸ ਲਈ ਬੱਚਾ ਸਵੇਰ ਤੱਕ ਉੱਥੇ ਹੀ ਪਿਆ ਰਿਹਾ। ਪਰ ਸਵੇਰੇ ਜਦੋਂ ਬੱਚੇ ਦੇ ਰੋਣ ਕਾਰਨ ਬਸਤੀ ਵਿੱਚ ਰੌਲਾ ਪਿਆ ਤਾਂ ਪਤਾ ਲੱਗਾ ਕਿ ਬੱਚੇ ਨੂੰ ਕੋਈ ਛੱਡ ਗਿਆ ਹੈ। ਹੁਣ ਸਾਰੇ ਆਲੇ ਦੁਆਲੇ ਖੜੇ ਸਨ। ਇਹ ਸੋਚ ਰਹੇ ਸਨ ਕਿ ਬੱਚੇ ਦਾ ਕੀ ਕਰੀਏ। ਲੋਕਾਂ ਨੇ ਪੁਲਿਸ ਨੂੰ ਬੁਲਾਉਣਾ ਚਾਹਿਆ ਪਰ ਇਹ ਸੋਚ ਕੇ ਕਿ ਕੌਣ ਮੁਸੀਬਤ ਵਿੱਚ ਪਵੇਗਾ, ਲੋਕ ਬੱਚੇ ਨੂੰ ਉੱਥੇ ਹੀ ਛੱਡ ਕੇ ਚਲੇ ਗਏ। ਇੱਕ ਬੁੱਢੀ ਔਰਤ ਉੱਥੋਂ ਲੰਘ ਰਹੀ ਸੀ ਜਿਸ ਨੂੰ ਸਾਰੇ ਅੰਮਾ ਕਹਿ ਕੇ ਬੁਲਾਉਂਦੇ ਸਨ। ਬੱਚੇ ਨੂੰ ਰੋਂਦੇ ਵੇਖ ਕੇ ਬੁੱਢੀ ਅੰਮਾ ਨੇ ਉਸ ਬੱਚੇ ਨੂੰ ਚੁੱਕ ਲਿਆ ਤੇ ਪੁੱਛਣ ਲੱਗੀ ਕਿ ਇਹ ਕਿਸ ਦਾ ਬੱਚਾ ਹੈ। ਤਾਂ ਉਦੋਂ ਇੱਕ ਵਿਅਕਤੀ ਨੇ ਕਿਹਾ, ਪਤਾ ਨਹੀਂ ਕਿਸ ਦਾ ਹੈ, ਕੋਈ ਰਾਤ ਨੂੰ ਇੱਥੇ ਰੱਖ ਗਿਆ। ਹੁਣ ਕੌਣ ਰੱਖ ਗਿਆ ਪਤਾ ਨਹੀਂ, ਕਿਸ ਦਾ ਪਾਪ ਹੈ। ਫਿਰ ਅੰਮਾ ਨੇ ਵੇਖਿਆ ਕਿ ਇਹ ਲੜਕਾ ਜਾਂ ਲੜਕੀ ਹੈ ਤਾਂ ਉਸ ਨੂੰ ਪਤਾ ਲੱਗਾ ਕਿ ਇਹ ਇੱਕ ਕਿਨਰ ਹੈ। ਇਸ ਲਈ ਉਹ ਲੋਕ ਸਮਝ ਗਏ, ਪਰ ਇਸ ਬੱਚੇ ਨੂੰ ਕੌਣ ਰੱਖੇਗਾ, ਸਵਾਲ ਇਹ ਸੀ। ਹੌਲੀ ਹੌਲੀ ਭੀੜ ਘਟਣ ਲੱਗੀ। ਜਦੋਂ ਕਾਫੀ ਦੇਰ ਤੱਕ ਕੋਈ ਨਾ ਆਇਆ ਤਾਂ ਕਿਸੇ ਨੇ ਕਿਹਾ, ਚਲੋ ਇੱਥੇ ਛੱਡ ਦਿੰਦੇ ਹਾਂ। ਇਹ ਸੁਣ ਕੇ ਅੰਮਾ ਉਸ ਬੱਚੇ ਨੂੰ ਆਪਣੇ ਨਾਲ ਲੈ ਕੇ ਜਾਣ ਲੱਗੀ ਤਾਂ ਲੋਕਾਂ ਨੇ ਕਿਹਾ, ਅੰਮਾ ਤੁਸੀਂ ਇਸ ਦਾ ਕੀ ਕਰੋਗੇ? ਤੁਸੀਂ ਤਾਂ ਆਪ ਇਕੱਲੇ ਰਹਿੰਦੇ ਹੋ। ਅੰਮਾ ਨੇ ਮੁਸਕਰਾਉਂਦੇ ਹੋਏ ਕਿਹਾ, ਮੈਂ ਇਕੱਲੀ ਰਹਿੰਦੀ ਹਾਂ, ਇਸ ਲਈ ਤਾਂ ਲੈ ਕੇ ਜਾ ਰਹੀ ਹਾਂ। ਮੇਰੇ ਬੱਚੇ ਵੀ ਮੈਨੂੰ ਇਸ ਤਰ੍ਹਾਂ ਲਵਾਰਿਸ ਛੱਡ ਗਏ ਸਨ। ਇਸ ਦੀ ਕੀ ਗਲਤੀ ਹੈ? ਮੈਂ ਇਸ ਦਾ ਪਾਲਣ ਪੋਸ਼ਣ ਕਰਾਂਗੀ। ਜਿੱਥੇ ਰੁੱਖੀ ਮਿੱਸੀ ਖਾਣ ਲਈ ਮੈਂ ਕੰਮ ਕਰਦੀ ਹਾਂ ਉੱਥੇ ਇਸ ਲਈ ਵੀ ਕਰਾਂਗੀ। ਹੁਣ ਅੰਮਾ ਬੱਚੇ ਨੂੰ ਘਰ ਲੈ ਆਈ। ਜਿਵੇਂ ਹੀ ਉਸਨੇ ਬੱਚੇ ਦੇ ਦੁਆਲੇ ਲਪੇਟਿਆ ਹੋਇਆ ਕੱਪੜਾ ਹਟਾਇਆ ਤਾਂ ਉਸ ਵਿੱਚ ਨੋਟਾਂ ਦਾ ਬੰਡਲ ਪਏ ਵੇਖੇ। ਅੰਮਾ ਨੇ ਪੈਸੇ ਇਹ ਸੋਚ ਕੇ ਸੰਭਾਲ ਲੈ ਕਿ ਬੱਚਾ ਅਜੇ ਛੋਟਾ ਹੈ, ਕੋਈ ਜ਼ਰੂਰਤ ਪੈ ਸਕਦੀ ਹੈ। ਬੁੱਢੀ ਅੰਮਾ ਇਕੱਲੀ ਰਹਿੰਦੀ ਸੀ, ਇਸ ਲਈ ਉਸਨੂੰ ਆਪਣਾ ਬੱਚਾ ਸਮਝ ਕੇ ਦੇਖਭਾਲ ਕਰਨ ਲੱਗੀ। ਬੱਚੇ ਦਾ ਨਾਮ ਉਸਨੇ ਮੀਰਾ ਰੱਖ ਦਿੱਤਾ। ਇਸ ਤਰ੍ਹਾਂ 10 ਸਾਲ ਬੀਤ ਗਏ ਪਰ ਹੁਣ ਅੰਮਾ ਬਹੁਤ ਬੁੱਢੀ ਹੋ ਗਈ ਸੀ। ਮੀਰਾ ਬਹੁਤ ਸੋਹਣੀ ਤੇ ਮਾਸੂਮ ਲੱਗਦੀ ਸੀ ਪਰ ਬਸਤੀ ਦੇ ਲੋਕ ਉਸ ਨੂੰ ਛੇੜਦੇ ਸਨ ਤੇ ਅੰਮਾ ਹਰ ਰੋਜ਼ ਉਸ ਲਈ ਬਸਤੀ ਦੇ ਲੋਕਾਂ ਨਾਲ ਲੜਦੀ ਸੀ। ਅੰਮਾ ਦੀ ਤਬੀਅਤ ਦਿਨੋਂ ਦਿਨ ਵਿਗੜਦੀ ਜਾ ਰਹੀ ਸੀ ਤੇ ਇੱਕ ਦਿਨ ਅਜਿਹਾ ਵੀ ਆਇਆ ਕਿ ਅੰਮਾ ਦਾ ਦੇਹਾਂਤ ਹੋ ਗਿਆ ਸੀ। ਹੁਣ ਮੀਰਾ ਦਾ ਇਸ ਦੁਨੀਆ ਵਿੱਚ ਕੋਈ ਨਹੀਂ ਸੀ। ਮੀਰਾ ਨੂੰ 10 ਸਾਲ ਅੰਮਾ ਨੇ ਸੰਭਾਲਿਆ। ਇਹਨਾਂ 10 ਸਾਲਾਂ ਵਿੱਚ ਅੰਮਾ ਨੇ ਉਸ ਨੂੰ ਬਹੁਤ ਕੁਝ ਸਿਖਾਇਆ ਸੀ, ਦੁਨੀਆ ਵਿੱਚ ਕਿਵੇਂ ਰਹਿਣਾ ਹੈ। ਪਰ ਹੁਣ ਮੀਰਾ ਲਈ ਦੁਨੀਆ ਦਾ ਸਾਹਮਣਾ ਕਰਨ ਦਾ ਸਮਾਂ ਆ ਗਿਆ ਸੀ ਤੇ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਸੀ। 10 ਸਾਲ ਦੀ ਮਾਸੂਮ ਮੀਰਾ ਦੀ ਜ਼ਿੰਦਗੀ ਤੋਂ ਜਿਉਂ ਹੀ ਅੰਮਾ ਦਾ ਪਰਛਾਵਾਂ ਉੱਠਿਆ ਤਾਂ ਉਸ ਦੀ ਦੁਨੀਆ ਹੀ ਬਦਲ ਗਈ। ਜਦੋਂ ਤੱਕ ਅੰਮਾ ਰਹੀ ਉਸ ਨੂੰ ਕਦੇ ਵੀ ਕੋਈ ਤਕਲੀਫ ਨਹੀਂ ਹੋਈ, ਭਾਵੇਂ ਹਾਲਾਤ ਜਿਵੇਂ ਦੇ ਵੀ ਹੋਣ।
ਪਰ ਅੰਮਾ ਨਾਲ ਸੀ ਤਾਂ ਉਹ ਖੁਸ਼ ਸੀ। ਉਹ ਸਾਰੀਆਂ ਮੁਸੀਬਤਾਂ ਤੋਂ ਬਚੀ ਹੋਈ ਸੀ। ਅੰਮਾ ਨੇ ਉਸਨੂੰ ਕਿਹਾ ਕਿ ਦੁਨੀਆ ਬਹੁਤ ਗੰਦੀ ਹੈ, ਸਾਵਧਾਨ ਰਹਿਣਾ। ਪਰ ਹੁਣ ਮੀਰਾ ਕਰ ਵੀ ਕੀ ਸਕਦੀ ਸੀ। ਕਈ ਦਿਨ ਭੁੱਖੀ ਪਿਆਸੀ ਤੇ ਬੀਤ ਗਏ। ਬਸਤੀ ਦੇ ਲੋਕ ਤਾਂ ਪਹਿਲਾਂ ਵੀ ਉਸਨੂੰ ਤੰਗ ਕਰਦੇ ਸਨ, ਪਰ ਜੇ ਗਰੀਬ ਮਾਸੂਮ ਬੱਚੀ ਨੇ ਰੋਟੀ ਮੰਗੀ ਤਾਂ ਵੀ ਉਸਨੂੰ ਝਿੜਕਿਆ ਤੇ ਕਈਆਂ ਨੇ ਕੁੱਟਮਾਰ ਵੀ ਕੀਤੀ। ਸਿਗਨਲ ਤੇ ਕੁਝ ਬੱਚਿਆਂ ਨੂੰ ਭੀਖ ਮੰਗਦੇ ਵੇਖਿਆ ਤਾਂ ਮਜਬੂਰੀ ਵਿੱਚ ਮੀਰਾ ਵੀ ਸਿਗਨਲ ਤੇ ਭੀਖ ਮੰਗਣ ਲੱਗ ਪਈ। ਮਾਸੂਮ ਚਿਹਰਾ ਤੇ ਸੋਹਣੀਆਂ ਅੱਖਾਂ। ਕੁਝ ਰਾਹਗੀਰਾਂ ਤੋਂ ਰੋਟੀ ਜਾਂ ਪੈਸੇ ਲੈ ਕੇ ਸ਼ਾਮ ਤੋਂ ਪਹਿਲਾਂ ਘਰ ਆ ਜਾਂਦੀ। ਜੇ ਕਿਸੇ ਦਿਨ ਕੁਝ ਨਾ ਮਿਲਦਾ ਤਾਂ ਵੀ ਮੀਰਾ ਸ਼ਾਮ ਤੋਂ ਪਹਿਲਾਂ ਘਰ ਆਉਂਦੀ ਸੀ, ਕਿਉਂਕਿ ਮਰਨ ਵੇਲੇ ਅੰਮਾ ਨੇ ਮੀਰਾ ਨੂੰ ਕਿਹਾ ਸੀ, ਜੋ ਮਰਜ਼ੀ ਹੋਵੇ ਪਰ ਸ਼ਾਮ ਤੋਂ ਪਹਿਲਾਂ ਘਰ ਆ ਜਾਣਾ ਹੈ। ਰਾਤ ਨੂੰ ਦਰਿੰਦੇ ਬਾਹਰ ਘੁੰਮਦੇ ਹਨ ਤੇ ਉਹ ਬੱਚਿਆਂ ਨੂੰ ਖਾ ਜਾਂਦੇ ਹਨ। ਸਮੇਂ ਦੇ ਨਾਲ ਹੌਲੀ-ਹੌਲੀ ਮੀਰਾ ਵੱਧਦੀ ਗਈ, ਪਰ ਅੱਜ ਵੀ ਸਮਾਜ ਵਿੱਚ ਉਸ ਦਾ ਰੁਤਬਾ ਉਵੇਂ ਤੇ ਉਵੇਂ ਸੀ। 15-16 ਸਾਲਾਂ ਦੀ ਮੀਰਾ ਕਾਫੀ ਖੂਬਸੂਰਤ ਲੱਗ ਰਹੀ ਸੀ, ਪਰ ਉਸ ਦਾ ਸਰੀਰਕ ਦਿੱਖ ਤੋਂ ਪਤਾ ਨਹੀਂ ਲੱਗਦਾ ਸੀ ਕਿ ਉਹ ਕਿਨਰ ਹੈ। ਪਰ ਬਸਤੀ ਵਿੱਚ ਹਰ ਕੋਈ ਸ਼ੁਰੂ ਤੋਂ ਜਾਣਦਾ ਸੀ ਤੇ ਸ਼ੁਰੂ ਤੋਂ ਹੀ ਹਰ ਕੋਈ ਉਸਨੂੰ ਬਹੁਤ ਗਲਤ ਕਹਿ ਕੇ ਬੁਲਾਉਂਦਾ ਸੀ ਤੇ ਗਾਲੀ ਗਲੋਚ ਕਰਦੇ ਸਨ। ਮੀਰਾ ਕਦੇ ਪੜ੍ਹੀ ਲਿਖੀ ਨਹੀਂ ਸੀ। ਅੰਮਾ ਦੇ ਜਾਣ ਤੋਂ ਬਾਅਦ ਮੀਰਾ ਨੂੰ ਸਮਾਜ ਦੁਆਰਾ ਬਹੁਤ ਗਾਲਾਂ ਦਿੱਤੀਆਂ ਗਈਆਂ, ਪਰ ਅੱਜ ਤੱਕ ਉਸਨੂੰ ਇਹਨਾਂ ਗੰਦੇ ਸ਼ਬਦਾਂ ਦਾ ਮਤਲਬ ਸਮਝ ਨਹੀਂ ਆਇਆ। ਗਰੀਬ ਭਿਖਾਰੀ ਬਹੁਤ ਸਾਰੀਆਂ ਕੁੜੀਆਂ, ਬੱਚੇ ਤੇ ਲੋਕ ਵੀ ਸਨ, ਪਰ ਸਾਰੇ ਇੱਕ ਦੂਜੇ ਨੂੰ ਭਰਾ ਭੈਣ ਸਮਝਦੇ ਤੇ ਪਿਆਰ ਨਾਲ ਬੁਲਾਉਂਦੇ ਸਨ। ਫਿਰ ਸਮਾਜ ਤੇ ਬਸਤੀ ਦੇ ਲੋਕ ਮੀਰਾ ਨੂੰ ਨਫ਼ਰਤ ਨਾਲ ਕਿਉਂ ਵੇਖਦੇ, ਉਹ ਨਹੀਂ ਸਮਝੀ। ਹੁਣ ਉਹ ਕਿਸ ਤੋਂ ਪੁੱਛਦੀ ਤੇ ਕੀ ਪੁੱਛੇ। ਜਦੋਂ ਤੋਂ ਉਹ ਜੰਮੀ ਸੀ ਉਦੋਂ ਤੋਂ ਹੀ ਨਫ਼ਰਤ ਮਿਲਦੀ ਸੀ। ਜਦੋਂ ਤੱਕ ਅੰਮਾ ਸੀ ਉਦੋਂ ਤੱਕ ਉਸਨੂੰ ਕਿਸੇ ਦੀਆਂ ਗਾਲਾਂ ਤੇ ਗੱਲਾਂ ਦਾ ਕਦੇ ਬੁਰਾ ਨਹੀਂ ਲੱਗਿਆ, ਪਰ ਮੀਰਾ ਨੇ ਜ਼ਿੰਦਗੀ ਵਿੱਚ ਇਹ ਤਾਂ ਦੁੱਖਾਂ ਦੀ ਸ਼ੁਰੂਆਤ ਸੀ। ਹੁਣ ਬਸਤੀ ਦੀਆਂ ਕੁਝ ਔਰਤਾਂ ਤੇ ਕੁੜੀਆਂ ਸੁਸਾਇਟੀ ਵਿੱਚ ਜਾ ਕੇ ਕਲੋਨੀ ਵਿੱਚ ਕੰਮ ਕਰਦੀਆਂ ਸਨ, ਤਾਂ ਮੀਰਾ ਨੇ ਵੀ ਸੋਚਿਆ ਕਿ ਉਹ ਵੀ ਕਿਸੇ ਦੇ ਘਰ ਕੰਮ ਕਰੇਗੀ। ਹਾਲਾਂਕਿ ਮੀਰਾ ਹਰ ਕੰਮ ਵਿੱਚ ਤੇਜ਼ ਤੇ ਵਧੀਆ ਸੀ, ਬਹੁਤ ਸਵਾਦਿਸ਼ਟ ਖਾਣਾ ਪਕਾਉਂਦੀ ਸੀ, ਪਰ ਉਸਦੇ ਕਿਨਰ ਕਾਰਨ ਉਸਨੂੰ ਕੋਈ ਕੰਮ ਨਹੀਂ ਦਿੰਦਾ ਤੇ ਜਿੱਥੇ ਵੀ ਉਹ ਜਾਂਦੀ ਉਸਨੂੰ ਭਜਾ ਦਿੱਤਾ ਜਾਂਦਾ ਸੀ। ਇੱਕ ਦਿਨ ਜਦੋਂ ਮੀਰਾ ਭੀਖ ਮੰਗਣ ਲਈ ਨਿਕਲੀ ਤਾਂ ਬਹੁਤ ਤੇਜ਼ ਮੀਂਹ ਆ ਗਿਆ, ਇਸ ਲਈ ਮੀਰਾ ਰਸਤੇ ਵਿੱਚ ਰੁਕ ਗਈ। ਪਰ ਹਨੇਰਾ ਹੋ ਰਿਹਾ ਸੀ ਤੇ ਘਰ ਆਉਣ ਲਈ ਬਹੁਤ ਦੇਰ ਹੋ ਗਈ ਸੀ। ਸੁੰਨਸਾਨ ਸੜਕ ਤੇ ਮੀਰਾ ਤੇਜ਼ ਕਦਮਾਂ ਨਾਲ ਘਰ ਜਾਣ ਲਈ ਕਾਹਲੀ ਸੀ। ਉਸਨੂੰ ਦਰਿੰਦੇ ਵਾਲੀ ਅੰਮਾ ਦੀਆਂ ਗੱਲਾਂ ਯਾਦ ਆ ਰਹੀਆਂ ਸਨ। ਫਿਰ ਉਸਨੂੰ ਅਗਲੀ ਗਲੀ ਵਿੱਚੋਂ ਕੁਝ ਲੋਕਾਂ ਦੀ ਆਵਾਜ਼ ਸੁਣਾਈ ਦਿੱਤੀ ਤਾਂ ਉਸਨੇ ਥੋੜਾ ਜਿਹਾ ਸਾਹ ਲਿਆ ਤੇ ਫਿਰ ਉਸਨੇ ਉਧਰ ਜਾਣ ਬਾਰੇ ਸੋਚਿਆ। ਉੱਥੇ ਜਾਂਦੇ ਮੀਰਾ ਨੇ ਦੇਖਿਆ ਕਿ ਉਹ ਲੋਕ ਨਸ਼ੇ ਵਿੱਚ ਹਨ। ਜਦੋਂ ਉਹਨਾਂ ਨੇ ਮੀਰਾ ਨੂੰ ਦੇਖਿਆ ਤਾਂ ਸਾਰਿਆਂ ਦੇ ਅੰਦਰ ਦਾ ਜਾਨਵਰ ਨਸ਼ੇ 'ਚ ਹੋਣ ਕਰਕੇ ਜਾਗ ਪਿਆ। ਉਹ 5-6 ਜਣੇ ਸਨ। ਉਹਨਾਂ ਨੇ ਕਾਰ ਵਿੱਚੋਂ ਉਤਰ ਕੇ ਮੀਰਾ ਨੂੰ ਫੜ ਲਿਆ ਤੇ ਉਸਦੇ ਮੂੰਹ ਤੇ ਹੱਥ ਰੱਖ ਕੇ ਇੱਕ ਸੁੰਨਸਾਨ ਜਗ੍ਹਾ ਤੇ ਲੈ ਗਏ। ਹੁਣ ਉਹਨਾਂ ਨੇ ਉਸ ਮਾਸੂਮ ਮੀਰਾ ਦੇ ਕੱਪੜੇ ਪਾੜਨੇ ਸ਼ੁਰੂ ਕਰ ਦਿੱਤੇ। ਮੀਰਾ ਡਰਦੀ ਤੇ ਰੋਂਦੀ ਹੋਈ ਘਰ ਜਾਣ ਲਈ ਮਿੰਨਤਾਂ ਕਰਨ ਲੱਗੀ। ਪਹਿਲੇ ਆਦਮੀ ਨੇ ਜਿਵੇਂ ਹੀ ਉਸਦੇ ਸਾਰੇ ਕੱਪੜੇ ਪਾੜ ਦਿੱਤੇ, ਉਹ ਬੋਲਿਆ, ਇਹ ਕਿਨਰ ਇੱਕ ਸ਼ੱਕਾ ਹੈ, ਇਸ ਦਾ ਕੀ ਕਰੀਏ। ਦੂਜੇ ਨੇ ਪਿੱਛੋਂ ਕਿਹਾ, ਕਰਨਾ ਕੀ ਹੈ, ਜੋ ਮਿਲਿਆ ਉਸ ਨਾਲ ਕੰਮ ਚਲਾ ਲਓ। ਵਾਰੋ ਵਾਰੀ ਸਭ ਨੇ ਜਾਨਵਰਾਂ ਵਾਂਗ ਉਸ 16 ਸਾਲ ਦੀ ਮੀਰਾ ਦੀ ਇੱਜ਼ਤ ਲੁੱਟ ਕੇ ਉਸਨੂੰ ਨੰਗੀ ਪਈ ਛੱਡ ਗਏ। ਮੀਰਾ ਦੇ ਪੂਰੇ ਸਰੀਰ ਤੇ ਜ਼ਖਮ ਬਣ ਗਏ, ਕਿਤੇ ਦੰਦਾਂ ਨਾਲ ਕੱਟਣ ਦੇ ਨਿਸ਼ਾਨ ਸਨ। ਪੂਰੇ ਸਰੀਰ 'ਚੋਂ ਖੂਨ ਨਿਕਲ ਰਿਹਾ ਸੀ। ਸਵੇਰ ਤੱਕ ਮੀਰਾ ਲਾਸ਼ ਦੀ ਤਰ੍ਹਾਂ ਪਈ ਰਹੀ। ਸਵੇਰੇ ਜਦੋਂ ਇੱਕ ਆਦਮੀ ਉੱਥੋਂ ਲੰਘਿਆ ਤਾਂ ਉਸਨੇ ਦੇਖਿਆ ਮੀਰਾ ਦਰਦ ਨਾਲ ਤੜਫ ਰਹੀ ਸੀ। ਉਸ ਵਿਅਕਤੀ ਨੇ ਪੁਲਿਸ ਨੂੰ ਫੋਨ ਲਾਇਆ। ਥੋੜੀ ਦੇਰ ਬਾਅਦ ਪੁਲਿਸ ਤੇ ਐਂਬੂਲੈਂਸ ਉੱਥੇ ਪਹੁੰਚ ਗਈ, ਪਰ ਜਦੋਂ ਪੁਲਿਸ ਨੂੰ ਪਤਾ ਲੱਗਾ ਕਿ ਮੀਰਾ ਕੁੜੀ ਨਹੀਂ ਕਿਨਰ ਹੈ ਤਾਂ ਕੇਸ ਉੱਥੇ ਹੀ ਬੰਦ ਕਰ ਦਿੱਤਾ। ਮੀਰਾ ਨੂੰ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਪਰ ਉਸਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਸੀ। ਸਰਕਾਰੀ ਹਸਪਤਾਲ ਦੇ ਸਟਾਫ ਦੇ ਰਵੱਈਏ ਤੋਂ ਹਰ ਕੋਈ ਜਾਣੂ ਹੈ। ਮੀਰਾ ਨੂੰ ਜਿਵੇਂ ਹੀ ਹੋਸ਼ ਆਈ ਤਾਂ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਹੁਣ ਮੀਰਾ ਜ਼ਖਮੀ ਹਾਲਤ ਵਿੱਚ ਜਦੋਂ ਬਸਤੀ ਪਹੁੰਚੀ ਤਾਂ ਉਸ ਨੂੰ ਪਤਾ ਲੱਗਾ ਕਿ ਬਸਤੀ ਦੇ ਲੋਕਾਂ ਨੇ ਉਸ ਦਾ ਘਰ ਤੇ ਘਰ ਦਾ ਸਾਰਾ ਸਮਾਨ ਵੇਚ ਦਿੱਤਾ ਸੀ। ਬਸਤੀ ਵਾਲਿਆਂ ਨੇ ਮੀਰਾ ਨੂੰ ਧੱਕੇ ਮਾਰ ਕੇ ਬਸਤੀ 'ਚੋਂ ਬਾਹਰ ਕੱਢ ਦਿੱਤਾ। ਮੀਰਾ ਅੰਮਾ ਤੋਂ ਬਾਅਦ ਅਨਾਥ ਸੀ, ਪਰ ਹੁਣ ਉਹ ਬੇਘਰ ਵੀ ਹੋ ਗਈ। ਪਰ ਹੁਣ ਕੀ ਕੀਤਾ ਜਾਵੇ, ਉਸ ਕੋਲ ਕੁਝ ਨਹੀਂ ਸੀ। ਹੁਣ ਉਸ ਕੋਲ ਘਰ ਵੀ ਨਹੀਂ ਸੀ। ਉਹ ਕੀ ਕਰੇ। ਸੋਚਿਆ, ਮਰ ਜਾਵਾਂ, ਇਸ ਜ਼ਿੰਦਗੀ ਨੇ ਦੁੱਖਾਂ ਦੇ ਸਿਵਾਏ ਕੁਝ ਨਹੀਂ ਦਿੱਤਾ, ਕੀ ਕਰੇ। ਉਹ 2 ਦਿਨਾਂ ਤੋਂ ਭੁੱਖੀ ਪਿਆਸੀ ਸੀ। ਫਿਰ ਉਸਨੇ ਵੇਖਿਆ ਕਿਨਰਾਂ ਦਾ ਇੱਕ ਟੋਲਾ ਇੱਕ ਇਲਾਕੇ 'ਚੋਂ, ਜਿੱਥੇ ਇੱਕ ਬੱਚਾ ਪੈਦਾ ਹੋਇਆ ਸੀ। ਇਸ ਲਈ ਉਹ ਉੱਥੋਂ ਵਧਾਈ ਲੈਣ ਆਏ ਸਨ ਤੇ ਬੱਚੇ ਨੂੰ ਅਸੀਸਾਂ ਦੇ ਰਹੇ ਸਨ। ਮੀਰਾ ਹੈਰਾਨ ਰਹਿ ਗਈ। ਇਹ ਲੋਕ ਇਹਨਾਂ ਦੇ ਸਾਹਮਣੇ ਕੁਝ ਬੋਲ ਵੀ ਨਹੀਂ ਰਹੇ ਤੇ ਉਹਨਾਂ ਨੂੰ ਇੰਨੀ ਇੱਜ਼ਤ ਵੀ ਮਿਲ ਰਹੀ ਹੈ। ਮੀਰਾ ਕਿਨਰਾਂ ਦੀ ਸਰਦਾਰ ਕੋਲ ਗਈ, ਜੋ ਇੱਕ ਪਾਸੇ ਖੜੀ ਪਾਨ ਚਬਾ ਰਹੀ ਸੀ। ਮੀਰਾ ਮਾਸੂਮੀਅਤ ਨਾਲ ਆਪਣਾ ਸਵਾਲ ਲੈ ਕੇ ਪਹੁੰਚ ਗਈ।
ਉਸ ਕਿੰਨਰ ਦਾ ਨਾਮ ਸਰਲਾ ਸੀ। ਸਰਲਾ ਮੀਰਾ ਨੂੰ ਦੇਖਦਿਆਂ ਹੀ ਸਮਝ ਗਈ ਤੇ ਕਿਹਾ, ਤੁਸੀਂ ਕਿੱਥੇ ਰਹਿੰਦੇ ਹੋ? ਤੁਹਾਡੇ ਮਾਤਾ-ਪਿਤਾ ਨਹੀਂ ਹਨ? ਮੀਰਾ ਕੁਝ ਕਹਿਣ ਤੋਂ ਪਹਿਲਾਂ ਰੋਣ ਲੱਗੀ। ਸਰਲਾ ਨੇ ਉਸਨੂੰ ਚੁੱਪ ਕਰਵਾਇਆ ਤੇ ਆਪਣੇ ਨਾਲ ਲੈ ਗਈ। ਬਹੁਤ ਵੱਡਾ ਘਰ ਸੀ, ਖਾਣ ਪੀਣ ਲਈ ਸਭ ਕੁਝ ਮੌਜੂਦ ਸੀ। ਮੀਰਾ ਨੇ ਸਰਲਾ ਨੂੰ ਆਪਣੇ ਬਾਰੇ ਸਭ ਕੁਝ ਦੱਸਿਆ। ਸਰਲਾ ਦੀਆਂ ਅੱਖਾਂ ਦੇ ਸਾਹਮਣੇ ਤੇ ਉੱਥੇ ਮੌਜੂਦ ਬਾਕੀ ਸਾਰੇ ਕਿੰਨਰਾਂ ਨੂੰ ਇੰਜ ਲੱਗਾ ਜਿਵੇਂ ਆਪਣੀ ਹੀ ਕਹਾਣੀ ਸੁਣ ਰਹੇ ਹੋਣ। ਸਾਰੀਆਂ ਦੀਆਂ ਅੱਖਾਂ ਨਮ ਹੋ ਗਈਆਂ ਸਨ। ਪਰ ਸਰਲਾ ਨੇ ਕਿਹਾ ਕਿ ਹੁਣ ਚਿੰਤਾ ਨਾ ਕਰ, ਤੁਸੀਂ ਹੁਣ ਇੱਥੇ ਹੀ ਰਹੋਗੇ ਸਾਡੇ ਕੋਲ। ਤੇ ਮੀਰਾ ਨੂੰ ਉਸਦੀ ਜ਼ਿੰਦਗੀ ਦੀ ਅਸਲੀਅਤ ਦੱਸੀ ਕਿ ਕਿੰਨਰ ਕੀ ਹੁੰਦੇ ਹਨ, ਉਹਨਾਂ ਦੀ ਜ਼ਿੰਦਗੀ ਕਿਵੇਂ ਹੁੰਦੀ ਹੈ। ਸਰਲਾ ਨੇ ਮੀਰਾ ਨੂੰ ਅਗਲੇ ਹੀ ਦਿਨ ਤੋਂ ਡਾਂਸ ਸਿਖਾਉਣਾ ਸ਼ੁਰੂ ਕਰ ਦਿੱਤਾ ਤੇ ਹੁਣ ਮੀਰਾ ਦੀ ਪੂਰੀ ਜ਼ਿੰਦਗੀ ਲੋਕਾਂ ਨੂੰ ਆਸ਼ੀਰਵਾਦ ਦਿੰਦੇ ਹੋਏ ਨੱਚਦਿਆਂ ਹੀ ਬੀਤ ਗਈ। ਇੰਨੇ ਸਾਲਾਂ ਵਿੱਚ ਮੀਰਾ ਵੀ ਬੁੱਢੀ ਹੋ ਗਈ। ਹੁਣ ਉਹ ਕਿੰਨਰਾਂ ਦੀ ਸਰਦਾਰ ਬਣ ਗਈ ਸੀ। ਉਸ ਦਾ ਆਪਣਾ ਇੱਕ ਵੱਡਾ ਘਰ ਸੀ। ਉਸਦੇ ਸਾਰੇ ਸਾਥੀ ਉਸਦੇ ਚੰਗੇ ਸੁਭਾਅ ਤੋਂ ਖੁਸ਼ ਸਨ, ਪਰ ਉਸਦੇ ਮਨ ਵਿੱਚ ਹਮੇਸ਼ਾ ਪਛਤਾਵਾ ਰਹਿੰਦਾ ਸੀ। ਰਾਤ ਨੂੰ ਸੌਂਦਿਆਂ ਅਕਸਰ ਅਤੀਤ ਵਿੱਚ ਜਾ ਵੜਦੀ ਸੀ ਤੇ ਬਚਪਨ ਤੋਂ ਹੀ ਸਮਾਜ ਦੀ ਅਣਦੇਖੀ ਨੇ ਉਸ ਨੂੰ ਹਮੇਸ਼ਾ ਬੇਚੈਨ ਰੱਖਿਆ। ਜਦੋਂ ਤੋਂ ਉਸਨੇ ਆਪਣੀ ਅਸਲੀਅਤ ਨੂੰ ਸਮਝਿਆ, ਉਸਨੇ ਜ਼ਿੰਦਗੀ ਦਾ ਸਮਾਜ ਦਾ ਰੂਪ ਦੇਖਿਆ। ਉਸਨੇ ਫੈਸਲਾ ਕੀਤਾ ਮੀਰਾ ਦੇ ਸਮੇਂ ਦੇ ਨਾਲ ਸਮਾਜ ਵਿੱਚ ਕਿੰਨਰਾਂ ਲਈ ਕੁਝ ਕਰਨਾ ਚਾਹੁੰਦੀ ਸੀ, ਪਰ ਉਸਨੂੰ ਕਦੇ ਸਮਝ ਨਹੀਂ ਆਇਆ ਕਿ ਕੀ ਕਰਨਾ ਹੈ। ਨਾ ਹੀ ਕਿਸੇ ਨੇ ਉਸਨੂੰ ਸਲਾਹ ਦਿੱਤੀ। ਪਰ ਇੱਕ ਰਾਤ ਉਸਦੀ ਜ਼ਿੰਦਗੀ ਵਿੱਚ ਅਜਿਹੀ ਘਟਨਾ ਵਾਪਰੀ। ਮੀਰਾ ਇੱਕ ਰਾਤ ਕਾਰ ਵਿੱਚ ਕਿਧਰੇ ਤੋਂ ਆ ਰਹੀ ਸੀ। ਆਉਣ ਵਿੱਚ ਬਹੁਤ ਦੇਰ ਹੋ ਗਈ ਸੀ, ਪਰ ਉਦੋਂ ਹੀ ਉਸਨੇ ਇੱਕ ਆਦਮੀ ਨੂੰ ਆਪਣੇ ਹੱਥਾਂ ਵਿੱਚ ਬੈਗ ਲੈ ਕੇ ਆਪਣੇ ਆਪ ਨੂੰ ਹਨੇਰੇ ਵਿੱਚ ਸਭ ਤੋਂ ਛੁਪਾ ਰਿਹਾ ਸੀ। ਉਹ ਬੈਗ ਨੂੰ ਡਸਟਬਿਨ ਵਿੱਚ ਸੱਟ ਕੇ ਭੱਜ ਗਿਆ। ਇਸ ਲਈ ਮੀਰਾ ਨੇ ਕਾਰ ਰੋਕੀ ਤੇ ਡਸਟਬਿਨ ਕੋਲ ਜਾ ਕੇ ਦੇਖਿਆ ਕਿ ਇੱਕ ਬੱਚਾ ਰੋ ਰਿਹਾ ਸੀ। ਉਸਨੇ ਦੇਖਦੇ ਹੀ ਉਸਨੂੰ ਚੁੱਕ ਲਿਆ। ਉਸਨੇ ਵਿੱਚ ਆਪਣੇ ਆਪ ਨੂੰ ਦੇਖਿਆ। ਉਹ ਬੱਚਾ ਵੀ ਇੱਕ ਕਿੰਨਰ ਸੀ। ਮੀਰਾ ਕਾਰ ਵਿੱਚ ਬੈਠ ਗਈ, ਬੱਚੇ ਨੂੰ ਨਾਲ ਲੈ ਕੇ, ਤੇ ਆਪਣੇ ਅਤੀਤ ਦੀਆਂ ਯਾਦਾਂ ਵਿੱਚ ਗੁਆਚ ਗਈ। ਉਸਦੀ ਨਜ਼ਰ ਸਿਰਫ ਉਸ ਬੱਚੇ ਤੇ ਹੀ ਸੀ। ਉਸ ਨੂੰ ਦੇਖਦੀ ਰਹੀ ਤੇ ਡੂੰਘੇ ਵਿਚਾਰਾਂ 'ਚ ਸੀ। ਪਰ ਉਸਨੇ ਸੋਚਿਆ ਕਿ ਜੋ ਕੁਝ ਉਸ ਨਾਲ ਹੋਇਆ ਉਹ ਹੁਣ ਇਸ ਨਾਲ ਨਹੀਂ ਹੋਵੇਗਾ। ਉਸਨੇ ਸੋਚ ਲਿਆ ਸੀ ਕਿ ਕੀ ਕੀਤਾ ਜਾਵੇ। ਜਲਦੀ ਘਰ ਪਹੁੰਚ ਕੇ ਬੱਚੇ ਨੂੰ ਸੰਭਾਲਣ ਲਈ ਨਾਲ ਦੇ ਕਿੰਨਰਾਂ ਨੂੰ ਕਿਹਾ ਤੇ ਅਗਲੇ ਦਿਨ ਉਸਨੇ ਆਪਣੇ ਕਿੰਨਰ ਸਮਾਜ ਦੇ ਸਾਰੇ ਨਾਮੀ ਕਿੰਨਰਾਂ ਦੀ ਇੱਕ ਮੀਟਿੰਗ ਬੁਲਾਈ ਤੇ ਸਭ ਨਾਲ ਸਲਾਹ ਕੀਤੀ। ਉਸਨੇ ਕਿਹਾ ਕਿ ਸਾਨੂੰ ਇੱਕ ਸੰਸਥਾ ਬਣਾਉਣੀ ਚਾਹੀਦੀ ਹੈ ਤਾਂ ਜੋ ਜਿਹੜੇ ਕਿੰਨਰ ਬੱਚੇ ਲੋਕ ਕੂੜੇ ਵਿੱਚ ਜਾਂ ਕਿਸੇ ਬਸਤੀ ਛੱਡ ਜਾਂਦੇ ਹਨ ਤਾਂ ਅਸੀਂ ਉਹਨਾਂ ਦਾ ਆਪਣੀ ਸੰਸਥਾ ਵਿੱਚ ਪਾਲਾਂਗੇ। ਜੋ ਉਹਨਾਂ ਦਾ ਜੀਵਨ ਸਾਡੇ ਤਰ੍ਹਾਂ ਨਾ ਹੋਵੇ, ਸਮਾਜ ਵਿੱਚ ਉਹਨਾਂ ਦੀ ਇੱਕ ਪਹਿਚਾਣ ਹੋਵੇ, ਪੜ੍ਹ ਲਿਖ ਕਰ ਕੁਝ ਬਣ ਜਾਣ। ਸਰਲਾ ਨੇ ਕਿਹਾ, ਮੈਂ ਪੂਰੀ ਜ਼ਿੰਦਗੀ ਪੈਸਾ ਹੀ ਤਾਂ ਜੋੜਿਆ ਹੈ, ਪਰ ਰਾਤ ਨੂੰ ਨੀਂਦ ਫਿਰ ਵੀ ਨਹੀਂ ਆਉਂਦੀ। ਸਮਾਜ ਸਾਨੂੰ ਚੰਗਾ ਨਹੀਂ ਸਮਝਦਾ। ਫਿਰ ਸਾਨੂੰ ਵਿਆਹ ਤੇ ਬੱਚਾ ਹੋਣ ਤੇ ਜੋ ਪੈਸੇ ਦਿੰਦੇ ਹਨ ਉਸ ਤੋਂ ਵੱਧ ਗਾਲਾਂ ਕੱਢਦੇ ਹਨ। ਸਾਨੂੰ ਪੈਸੇ ਵੀ ਮਿਲੇ ਤੇ ਕਿੰਨਰ ਸਮਾਜ ਵਿੱਚ ਸਤਿਕਾਰ ਵੀ। ਪਰ ਮੈਂ ਅੱਜ ਵੀ ਸੋਚਦੀ ਹਾਂ ਕਿ ਮੇਰੇ ਪਰਿਵਾਰ ਨੇ ਮੈਨੂੰ ਕਿਉਂ ਸੁੱਟ ਦਿੱਤਾ, ਕਿਉਂ ਸਮਾਜ ਨੇ ਸਾਨੂੰ ਅੱਜ ਤੱਕ ਨਹੀਂ ਅਪਣਾਇਆ। ਇਹ ਖਿਆਲ ਮੈਨੂੰ ਅੱਜ ਵੀ ਸੌਣ ਨਹੀਂ ਦਿੰਦਾ। ਮੈਂ ਪੜ੍ਹ ਲਿਖ ਨਹੀਂ ਸਕੀ। ਮੈਨੂੰ ਅੱਜ ਤੱਕ ਇਸ ਦਾ ਜਵਾਬ ਨਹੀਂ ਮਿਲਿਆ। ਸਾਰੇ ਕਿੰਨਰ ਚੁੱਪ ਹੋ ਗਏ ਤੇ ਸਾਰੇ ਕਿੰਨਰਾਂ ਨੇ ਸਹਿਮਤੀ ਦਿੱਤੀ ਸੰਸਥਾ ਲਈ ਤੇ ਆਪਣੇ ਵੱਲੋਂ ਵੱਧ ਚੜ੍ਹ ਕੇ ਸਾਥ ਦਿੱਤਾ। ਮੀਰਾ ਨੇ ਆਪਣੇ ਕਿੰਨਰ ਸਮਾਜ ਲਈ ਬਹੁਤ ਵੱਡੇ ਸੁਪਨੇ ਸਨ ਤੇ ਕੁਝ ਸਾਲਾਂ ਦੀ ਮਿਹਨਤ ਤੋਂ ਬਾਅਦ ਕਿੰਨਰਾਂ ਦੀ ਅਜਿਹੀ ਸੰਸਥਾ ਬਣਾਈ ਗਈ ਜਿੱਥੇ ਕਿੰਨਰ ਬੱਚਿਆਂ ਤੇ ਹੋਰ ਗਰੀਬ ਬੱਚਿਆਂ ਨੂੰ ਇੱਕ ਛੱਤ ਹੇਠਾਂ ਇਕੱਠੇ ਪੜ੍ਹਾਇਆ ਜਾਂਦਾ ਸੀ। ਸਮਾਜ ਦੇ ਕੁਝ ਸੂਝਵਾਨ ਲੋਕਾਂ ਨੇ ਮੀਰਾ ਦੇ ਇਸ ਕੰਮ ਦੀ ਸ਼ਲਾਘਾ ਕੀਤੀ ਤੇ ਸਮਰਥਨ ਕੀਤਾ। ਹੁਣ ਮੀਰਾ ਦੀ ਇਸ ਸੰਸਥਾ ਨੇ ਬੱਚਿਆਂ ਨੂੰ ਪੜ੍ਹਾਉਣ ਤੇ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਤਾਂ ਜੋ ਸਮਾਜ ਵਿੱਚ ਇੱਕ ਚੰਗਾ ਅਕਸ ਬਣਾਇਆ ਜਾ ਸਕੇ ਤੇ ਅਜਿਹਾ ਹੀ ਹੋਇਆ। ਇਸ ਸੰਸਥਾ ਨੂੰ ਚੱਲਦੇ ਹੋਏ 25 ਸਾਲ ਹੋ ਗਏ ਸਨ। ਮੀਰਾ ਆਪਣੀ ਉਮਰ ਦੇ ਹਿਸਾਬ ਨਾਲ ਸਿਹਤਮੰਦ ਸੀ। ਉਹ 85 ਸਾਲ ਦੀ ਸੀ। ਅਜੇ ਵੀ ਆਪਣਾ ਜ਼ਿਆਦਾਤਰ ਕੰਮ ਆਪ ਹੀ ਕਰਦੀ ਸੀ। ਹੁਣ ਮੀਰਾ ਦੇ ਚਿਹਰੇ ਤੇ ਝੁਰੜੀਆਂ ਨਾਲੋਂ ਜ਼ਿਆਦਾ ਸਕੂਨ ਨਜ਼ਰ ਆਉਂਦਾ ਸੀ। ਇੱਕ ਦਿਨ ਉਹ ਆਪਣੇ ਰੋਜ਼ਾਨਾ ਦੇ ਕੰਮ ਵਾਂਗ ਸੰਸਥਾ ਵਿੱਚ ਮੁਆਨੇ ਲਈ ਗਈ ਤਾਂ ਉੱਥੇ ਇੱਕ ਪੁਲਿਸ ਵਾਲੀ ਆਈ ਤੇ ਮੀਰਾ ਦੇ ਪੈਰ ਛੂਹਣ ਲੱਗੀ। ਜਿਵੇਂ ਹੀ ਉਸਨੇ ਆਪਣਾ ਚਿਹਰਾ ਉੱਤੇ ਕੀਤਾ ਤਾਂ ਉਸਨੇ ਦੇਖਿਆ ਕਿ ਉਹ ਇੱਕ ਕਿੰਨਰ ਹੈ ਜਿਸ ਨੂੰ ਇੱਕ ਉੱਚ ਅਹੁਦੇ ਤੇ ਨੌਕਰੀ ਮਿਲੀ ਹੈ। ਉਸਨੇ ਮੀਰਾ ਨੂੰ ਕਿਹਾ, ਅੰਮਾ ਜੇ ਤੁਸੀਂ ਨਾ ਹੁੰਦੇ ਤਾਂ ਮੈਨੂੰ ਨਹੀਂ ਪਤਾ ਕਿ ਮੈਂ ਅੱਜ ਕਿੱਥੇ ਹੁੰਦੀ ਤੇ ਮੈਨੂੰ ਨਹੀਂ ਪਤਾ ਮੇਰਾ ਕੀ ਹੁੰਦਾ ਜੇ ਤੁਸੀਂ ਉਸ ਰਾਤ ਮੈਨੂੰ ਚੁੱਕਿਆ ਨਾ ਹੁੰਦਾ ਤੇ ਉਸ ਤੋਂ ਬਾਅਦ ਪੜ੍ਹਾ ਲਿਖਾ ਕੇ ਕਾਬਿਲ ਨਾ ਬਣਾਇਆ। ਮੈਂ ਅੱਜ ਜੋ ਵੀ ਹਾਂ ਤੁਹਾਡੇ ਸਾਹਮਣੇ ਹਾਂ। ਮੀਰਾ ਉਸ ਵੱਲ ਵੇਖਦੀ ਤੇ ਬਹੁਤ ਖੁਸ਼ ਹੁੰਦੀ ਹੈ ਤੇ ਕਹਿੰਦੀ ਹੈ, ਪੜ੍ਹਾਈ ਕਰਨਾ ਤੇਰਾ ਹੱਕ ਸੀ ਜੋ ਇਸ ਸਮਾਜ ਨੇ ਤੈਨੂੰ ਕਦੇ ਨਹੀਂ ਦਿੱਤਾ ਤੇ ਇਹ ਨੌਕਰੀ ਤੇਰੀ ਮਿਹਨਤ ਦਾ ਨਤੀਜਾ ਹੈ। ਮੈਂ ਕੁਝ ਨਹੀਂ ਕੀਤਾ ਪਰ ਤੁਹਾਡੀ ਸਫਲਤਾ ਸਾਡੇ ਕਿੰਨਰ ਸਮਾਜ ਦੀ ਇੱਕ ਮਿਸਾਲ ਹੈ। ਤੈਨੂੰ ਦੇਖ ਕੇ ਇੱਕ ਨਵੀਂ ਸ਼ੁਰੂਆਤ ਹੋਵੇਗੀ। ਮੀਰਾ ਉਸ ਦਿਨ ਬਹੁਤ ਖੁਸ਼ ਸੀ।
ਜਿਵੇਂ ਕਿ ਉਸ ਨੂੰ ਉਹ ਸ਼ਾਂਤੀ ਮਿਲ ਗਈ ਸੀ ਜਿਸ ਦੀ ਉਹ ਸਾਲਾਂ ਤੋਂ ਭਾਲ ਕਰ ਰਹੀ ਸੀ। ਅੱਜ ਮੀਰਾ ਨੂੰ ਬਹੁਤ ਚੰਗੀ ਨੀਂਦ ਆਉਣ ਵਾਲੀ ਸੀ। ਮੀਰਾ ਉਸ ਦਿਨ ਸਕੂਨ ਨਾਲ ਸਦਾ ਲਈ ਸੌਂ ਗਈ। ਉਸ ਦੀ ਆਖਰੀ ਇੱਛਾ ਸੀ ਕਿ ਕਿੰਨਰਾਂ ਨੂੰ ਸਮਾਜ ਵਿੱਚ ਆਮ ਜ਼ਿੰਦਗੀ ਜਿਉਣ ਲਈ ਬਣਦਾ ਮਾਣ ਸਤਿਕਾਰ ਤੇ ਆਜ਼ਾਦੀ ਦਿੱਤੀ ਜਾਵੇ ਤੇ ਇਸ ਸੰਸਥਾ ਵਿੱਚੋਂ ਇੱਕ ਤੋਂ ਬਾਅਦ ਇੱਕ ਅਜਿਹੇ ਹੀਰੇ ਸਾਹਮਣੇ ਆਏ ਜਿਨ੍ਹਾਂ ਨੇ ਸਮਾਜ ਵਿੱਚ ਕਿੰਨਰਾਂ ਦਾ ਅਕਸ ਬਦਲ ਕੇ ਉੱਚ ਮੁਕਾਮ ਹਾਸਲ ਕੀਤਾ। ਦੋਸਤੋ, ਕਹਾਣੀ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਕਰਨਾ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ। ਹੋਰ ਕਹਾਣੀਆਂ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਧੰਨਵਾਦ ਜੀ ਤੁਹਾਡਾ ਸਾਰਿਆਂ ਦਾ।